नमस्कार, दूरदर्शन खबरां 'ਚ ਆਪ ਸਭ ਦਾ ਸਵਾਗਤ। ਮੈਂ ਹਾਂ ਜਤਿੰਦਰ ਸਿੰਘ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਕੋਵਿਡ-19 ਦੀ ਗੰਭੀਰ ਚੁਣੌਤੀ ਦੇ ਮੱਦੇਨਜ਼ਰ RBI ਨੇ ਰਿਵਰਸ ਰੈਪੋ ਦਰ ਵਿੱਚ 0.25% ਦੀ ਕਟੌਤੀ ਕੀਤੀ। ਰਿਜ਼ਰਵ ਬੈਂਕ ਨੇ ਛੋਟੀਆਂ ਅਤੇ ਦਰਮਿਆਨੀਆਂ ਸਨਅਤਾਂ ਨੂੰ ਹੱਲਾਸ਼ੇਰੀ ਦੇਣ ਲਈ 50,000 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ। ਭਾਰਤ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ 13,000 ਤੋਂ ਪਾਰ। ਹੁਣ ਤੱਕ ਕੋਵਿਡ-19 ਦੇ 1,766 ਮਰੀਜ਼ ਸਿਹਤਯਾਬ ਹੋਏ। ਕੋਰੋਨਾ ਮਹਾਮਾਰੀ ਕਾਰਨ 452 ਵਿਅਕਤੀਆਂ ਦੀ ਮੌਤ ਹੋਈ। ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਵਿਅਕਤੀਆਂ ਦੀ ਗਿਣਤੀ 197 ਤੱਕ ਪਹੁੰਚੀ। ਸੂਬੇ ਵਿੱਚ ਕੋਰੋਨਾ ਵਾਇਰਸ ਦੇ 29 ਮਰੀਜ਼ਾਂ ਨੇ ਬਿਮਾਰੀ ਨੂੰ ਦਿੱਤੀ ਮਾਤ। ਪੰਜਾਬ ਦੇ 4 ਜ਼ਿਲ੍ਹੇ ਹੌਟਸਪੌਟ ਐਲਾਨੇ ਗਏ। ਪੰਜਾਬ ਦੇ ਸਿਹਤ ਮੰਤਰੀ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਤੇ ਕਾਬੂ ਪਾਉਣ ਅਤੇ ਮਰੀਜ਼ਾਂ ਦੇ ਸਫਲਤਾਪੂਰਵਕ ਇਲਾਜ ਦੀ ਕੀਤੀ ਸ਼ਲਾਘਾ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਲਾਭ ਮਿਲਣ ਤੇ ਲੋਕਾਂ ਨੇ ਤਸੱਲੀ ਪ੍ਰਗਟ ਕਰਦਿਆਂ ਸਰਕਾਰ ਦਾ ਧੰਨਵਾਦ ਕੀਤਾ। ਪੰਜਾਬ ਵਿੱਚ ਕਰਫਿਊ ਅਤੇ ਲਾਕਡਾਊਨ ਦੇ ਹਾਂ ਪੱਖੀ ਅਤੇ ਸੁਖਾਵੇਂ ਰੁਝਾਨ ਸਾਹਮਣੇ ਆਏ। ਮੋਗਾ ਵਿੱਚ ਕਰਫਿਊ ਦੇ ਚੱਲਦਿਆਂ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਨਾ ਮਿਲਣ ਕਰਕੇ ਸਰਕਾਰੀ ਹਸਪਤਾਲਾਂ ਵਿੱਚ ਨਸ਼ਾ ਛੁਡਾਊ ਕੇਂਦਰਾਂ ਤੇ ਰਜਿਸਟਰ ਹੋਣ ਵਾਲਿਆਂ ਦੀ ਗਿਣਤੀ ਵਧੀ। ਪਾਕਿਸਤਾਨ ਵੱਲੋਂ ਰਾਜੌਰੀ ਅਤੇ ਪੁੰਛ ਜ਼ਿਲ੍ਹਿਆਂ ਵਿੱਚ ਗੋਲੀਬੰਦੀ ਦੀ ਉਲੰਘਣਾ। ਪਾਕਿਸਤਾਨੀ ਫੌਜ ਨੇ ਭਾਰਤ ਦੀਆਂ ਅਗਲੇਰੀਆਂ ਚੌਂਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਭਾਰਤੀ ਫੌਜ ਵੱਲੋਂ ਪਾਕਿਸਤਾਨ ਦੀ ਹਰਕਤ ਦਾ ਮੂੰਹ ਤੋੜ ਜਵਾਬ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਰਿਜ਼ਰਵ ਬੈਂਕ ਨੇ ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਨੂੰ ਹੱਲਾਸ਼ੇਰੀ ਦੇਣ ਲਈ 50,000 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਸ਼ੀਕਾਂਤ ਦਾਸ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਰਿਜ਼ਰਵ ਬੈਂਕ ਆਰਥਿਕ ਹਾਲਾਤ ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਅਤੇ ਉਹ ਆਰਥਿਕ ਤੰਤਰ ਵਿੱਚ ਲੋੜੀਂਦੀ ਨਕਦੀ ਬਣਾਏ ਰੱਖਣ ਲਈ ਹਰ ਸੰਭਵ ਕਦਮ ਉਠਾਏਗਾ। ਕੇਂਦਰੀ ਬੈਂਕ ਨੇ ਇਸ ਦੇ ਨਾਲ ਹੀ ਰਿਵਰਸ ਰੈਪੋ ਦਰ ਵਿੱਚ 0.25% ਕਟੌਤੀ ਕਰਕੇ ਉਸ ਨੂੰ 3.75% ਕਰ ਦਿੱਤਾ ਹੈ। ਹਾਲਾਂਕਿ ਰੈਪੋ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਰਿਵਰਸ ਰੈਪੋ ਦਰ ਘਟਣ ਨਾਲ ਬੈਂਕ ਆਪਣੀ ਨਕਦੀ ਨੂੰ ਫੌਰੀ ਤੌਰ ਤੇ ਰਿਜ਼ਰਵ ਬੈਂਕ ਕੋਲ ਰੱਖਣ ਦੀ ਘੱਟ ਇੱਛੁਕ ਹੋਣਗੇ। ਇਸ ਦੇ ਨਾਲ ਹੀ ਉਹਨਾਂ ਕੋਲ ਨਕਦੀ ਦੀ ਉਪਲਬਧਤਾ ਵਧੇਗੀ। ਇਸ ਕਦਮ ਨਾਲ ਬੈਂਕ ਅਰਥ ਵਿਵਸਥਾ ਦੇ ਉਤਪਾਦਕ ਖੇਤਰਾਂ ਨੂੰ ਵਧੇਰੇ ਕਰਜ਼ ਦੇਣ ਨੂੰ ਉਤਸ਼ਾਹਿਤ ਹੋਣਗੇ। ਰਿਜ਼ਰਵ ਬੈਂਕ ਦੇ ਗਵਰਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਅਰਥ ਵਿਵਸਥਾ ਤੇ ਵਧੇ ਵਿੱਤੀ ਦਬਾਅ ਨੂੰ ਘੱਟ ਕਰਨ ਲਈ ਕੇਂਦਰੀ ਬੈਂਕ ਲੋੜੀਂਦੀ ਨਕਦੀ ਯਕੀਨੀ ਬਣਾਏਗਾ। ਇਸ ਦੇ ਨਾਲ ਹੀ ਸ਼ਸ਼ੀਕਾਂਤ ਦਾਸ ਨੇ ਸੂਬਿਆਂ ਤੇ ਖਰਚ ਦੇ ਵਧੇ ਹੋਏ ਦਬਾਅ ਨੂੰ ਦੇਖਦਿਆਂ ਉਹਨਾਂ ਨੂੰ ਅਗਾਊਂ ਸੁਵਿਧਾ ਨੂੰ 60% ਤੱਕ ਵਧਾ ਦਿੱਤਾ ਹੈ। ਇਸ ਦੇ ਨਾਲ ਸੂਬਿਆਂ ਨੂੰ ਇਸ ਔਖੇ ਸਮੇਂ ਵਸੀਲੇ ਉਪਲਬਧ ਕਰਾਉਣ ਵਿੱਚ ਮਦਦ ਮਿਲੇਗੀ। ਹੋਰ ਉਪਾਵਾਂ ਬਾਰੇ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਕੇਂਦਰੀ ਬੈਂਕ TLTRO ਤਹਿਤ 50,000 ਕਰੋੜ ਰੁਪਏ ਦੀ ਵਾਧੂ ਰਾਸ਼ੀ ਉਪਲਬਧ ਕਰਾਏਗਾ। ਇਹ ਕੰਮ ਕਿਸ਼ਤਾਂ ਵਿੱਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਨਾਬਾਰਡ, ਨੈਸ਼ਨਲ ਹਾਊਸਿੰਗ ਬੈਂਕ ਅਤੇ ਸਿਡਬੀ ਵਰਗੇ ਵਿੱਤੀ ਸੰਸਥਾਨਾਂ ਦੇ ਮੁੜ ਵਿੱਤੀ ਪੋਸ਼ਣ ਲਈ 50,000 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਹਨਾਂ ਇਹ ਵੀ ਦੱਸਿਆ ਕਿ ਮਾਰਚ ਵਿੱਚ ਬਰਾਮਦ 34.6% ਘਟ ਗਿਆ, ਜੋ ਸਾਲ 2008-9 ਦੇ ਵਿਸ਼ਵ ਵਿੱਤੀ ਸੰਕਟ ਦੇ ਮੁਕਾਬਲੇ ਵੱਡੀ ਗਿਰਾਵਟ ਦਰਸਾਉਂਦਾ ਹੈ। Growth projections revealing that in 2020 global economy is expected to plunge into the worst recession since the Great Depression, far worse than what had happened during the global financial crisis. The IMF's economic counselor has named it the Great Lockdown, estimating the cumulative loss to global GDP over 2020 and 21 at around $9 trillion, which is ਭਾਰਤ ਵਿੱਚ ਕੋਰੋਨਾ ਵਾਇਰਸ ਵਾਲੇ ਮਰੀਜ਼ਾਂ ਦੀ ਗਿਣਤੀ 13,000 ਤੋਂ ਪਾਰ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅਧਿਕਾਰੀ ਲਵ ਅਗਰਵਾਲ ਨੇ ਅੱਜ ਪ੍ਰੈਸ ਬਰੀਫਿੰਗ ਦੌਰਾਨ ਦੱਸਿਆ ਕਿ ਹੁਣ ਤੱਕ ਦੇਸ਼ ਵਿੱਚ 13,835 ਕੋਰੋਨਾ ਵਾਇਰਸ ਦੇ ਮਰੀਜ਼ ਪਾਏ ਗਏ, ਜਿਨ੍ਹਾਂ ਵਿੱਚੋਂ 1,766 ਮਰੀਜ਼ਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦਕਿ 452 ਵਿਅਕਤੀਆਂ ਦੀ ਕੋਵਿਡ-19 ਕਾਰਨ ਮੌਤ ਹੋਈ। ਮਹਾਰਾਸ਼ਟਰ ਵਿੱਚ ਕੋਵਿਡ-19 ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ 3,200 ਤੋਂ ਪਾਰ ਹੋ ਗਈ ਹੈ। ਸੂਬੇ ਵਿੱਚ ਹੁਣ ਤੱਕ ਇਸ ਮਹਾਮਾਰੀ ਕਾਰਨ 194 ਵਿਅਕਤੀਆਂ ਦੀਆਂ ਜਾਨਾਂ ਗਈਆਂ। और 749 पीपल क्योर हो चुके हैं और उस तरीके से अगर देखें तो 13.06% पीपल वो रिकवर हुए हैं।
कल तक की अगर कंफर्म संख्या देखें तो 13,387 कंफर्म केसेस आए हैं। लास्ट वन डे के अंदर 1,007 केस रिपोर्ट हुए हैं। लास्ट 24 आवर्स में 23 नई डेथ्स भी रिपोर्ट हुई हैं। हम अब तक की अगर स्थिति को देखें तो पाते हैं कि लॉकडाउन से पहले अगर हमारे देश का डबलिंग रेट ऑफ केसेस लगभग 3 दिन था, तो पिछले 7 दिनों को अगर डेटा देखते हैं तो हमारा डबलिंग रेट अब 6.2 डेज है। और मैं आप लोग की दृष्टि में लाना चाहूँगा कि 19 स्टेट्स ऐसे हैं, 19 स्टेट्स और यूनियन टेरिटरीज ऐसे हैं जहाँ पर कि डबलिंग रेट देश के एवरेज से भी कम है। और वे स्टेट्स हैं केरला, उत्तराखंड, हरियाणा, लद्दाख, हिमाचल, चंडीगढ़, पौंडीचेरी, बिहार, उड़ीसा, तेलंगाना, तमिलनाडु, आंध्र प्रदेश। इधर पंजाब ਵਿੱਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ ਵੱਧ ਕੇ 197 ਤੱਕ ਪਹੁੰਚ ਗਈ ਹੈ। ਸੂਬੇ ਵਿੱਚ ਹੁਣ ਤੱਕ 29 ਵਿਅਕਤੀ ਇਸ ਬਿਮਾਰੀ ਨੂੰ ਮਾਤ ਦੇ ਚੁੱਕੇ ਨੇ। ਕੋਵਿਡ-19 ਕਾਰਨ ਹੁਣ ਤੱਕ 14 ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ। ਸੂਬੇ ਵਿੱਚ ਸਭ ਤੋਂ ਵੱਧ ਕੋਵਿਡ-19 ਦੇ 56 ਕੇਸ ਮੁਹਾਲੀ ਜ਼ਿਲ੍ਹੇ ਵਿੱਚ ਮਿਲੇ ਨੇ, ਜਿਨ੍ਹਾਂ ਵਿੱਚੋਂ 6 ਸਿਹਤਯਾਬ ਹੋਏ ਤੇ 2 ਵਿਅਕਤੀਆਂ ਦੀ ਮੌਤ ਹੋਈ। ਜਲੰਧਰ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ 31 ਮਰੀਜ਼ ਮਿਲੇ, ਜਿਨ੍ਹਾਂ ਵਿੱਚੋਂ 4 ਸਿਹਤਯਾਬ ਹੋਏ ਤੇ 2 ਕੋਵਿਡ ਮਰੀਜ਼ਾਂ ਦੀ ਮੌਤ ਹੋਈ ਹੈ। ਪਠਾਨਕੋਟ ਜ਼ਿਲ੍ਹੇ ਵਿੱਚ ਵੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਹੁਣ ਤੱਕ ਇਸ ਜ਼ਿਲ੍ਹੇ ਵਿੱਚ 24 ਵਿਅਕਤੀਆਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਅਤੇ ਇਸ ਬਿਮਾਰੀ ਨਾਲ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਹੁਣ ਤੱਕ 19 ਵਿਅਕਤੀਆਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ, ਜਿਨ੍ਹਾਂ ਵਿੱਚੋਂ 17 ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰੀਂ ਪਰਤ ਚੁੱਕੇ ਨੇ। ਇਸ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਦੀ ਇਸ ਮਹਾਮਾਰੀ ਨਾਲ ਮੌਤ ਹੋਈ। ਅੰਮ੍ਰਿਤਸਰ, ਲੁਧਿਆਣਾ ਤੇ ਮਾਨਸਾ ਵਿੱਚ 11 ਵਿਅਕਤੀ ਕੋਰੋਨਾ ਵਾਇਰਸ ਲਈ ਪੋਜ਼ਿਟਿਵ ਪਾਏ ਗਏ। ਅੰਮ੍ਰਿਤਸਰ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ 2 ਮੌਤਾਂ ਹੋਈਆਂ। ਜਲੰਧਰ ਵਿੱਚ ਕੋਰੋਨਾ ਕੇਸਾਂ ਦੇ ਪੋਜ਼ਿਟਿਵ ਆਉਣ ਦਾ ਸਿਲਸਿਲਾ ਕੱਲ੍ਹ ਵੀ ਜਾਰੀ ਰਿਹਾ ਅਤੇ 6 ਹੋਰ ਨਵੇਂ ਕੋਰੋਨਾ ਵਾਇਰਸ ਪੋਜ਼ਿਟਿਵ ਹੋਣ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਜਲੰਧਰ ਵਿੱਚ ਕੋਰੋਨਾ ਵਾਇਰਸ ਪੋਜ਼ਿਟਿਵ ਕੇਸਾਂ ਦੀ ਗਿਣਤੀ 31 ਤੱਕ ਪਹੁੰਚ ਗਈ ਹੈ। ਨਵੇਂ ਆਏ 6 ਕੇਸਾਂ ਵਿੱਚੋਂ 3 ਪੁਰਾਣੇ ਕੇਸਾਂ ਦੇ ਨੇੜਲੇ ਸੰਪਰਕ ਤੋਂ ਨੇ, ਜਦਕਿ ਬਾਕੀਆਂ ਦੀ ਹਿਸਟਰੀ ਦੀ ਪੜਤਾਲ ਕੀਤੀ ਜਾ ਰਹੀ ਹੈ। ਇਹਨਾਂ ਨਵੇਂ ਤਾਜ਼ਾ ਮਾਮਲਿਆਂ ਵਿੱਚੋਂ ਇੱਕ ਵਿਅਕਤੀ ਸ਼ਾਹਕੋਟ ਦੇ ਪਿੰਡ ਕੋਟਲਾ ਹੇਰਾਂ ਅਤੇ ਬਾਕੀ ਜਲੰਧਰ ਸ਼ਹਿਰ ਦੇ ਕਿਲਾ ਮੁਹੱਲਾ, ਬਸਤੀ ਸ਼ੇਖ, ਪੁਰਾਣੀ ਸਬਜ਼ੀ ਮੰਡੀ, ਰਾਜਾ ਗਾਰਡਨ ਅਤੇ ਲਿੰਕ ਰੋਡ ਨਾਲ ਸੰਬੰਧਿਤ ਨੇ। ਸਾਡੇ ਕੋਲ 6 ਕੇਸ ਪੋਜ਼ਿਟਿਵ ਆਏ ਆ, ਜਿਨ੍ਹਾਂ ਵਿੱਚੋਂ ਹੁਣ ਜਿਹੜੇ 4 ਕੇਸਾਂ ਦੀ ਰਿਪੋਰਟ ਆਈ ਹੈ, ਉਹਨਾਂ ਵਿੱਚੋਂ ਇੱਕ ਮੇਲ ਹੈ 59 ਸਾਲ ਦਾ ਅਤੇ 3 ਫੀਮੇਲਸ ਹੈ 30 ਸਾਲ, 32 ਸਾਲ, 42 ਸਾਲ। 3 ਕੇਸ ਤਾਂ ਇਹਨਾਂ 'ਚੋਂ ਪੁਰਾਣੇ ਕੇਸਾਂ ਦੇ ਕੰਟੈਕਟ ਹੈ ਅਤੇ ਇੱਕ ਕੇਸ ਰੈਸਪੀਰੇਟਰੀ ਇਲਨੈਸ ਦਾ ਕੇਸ ਹੈ, ਜਿਹਦਾ ਸੈਂਪਲ ਲਿਆ ਗਿਆ ਸੀ, ਪੋਜ਼ਿਟਿਵ ਆਇਆ। ਹੁਣ ਅਸੀਂ ਉਹਨਾਂ ਦੇ ਅੱਗੋਂ ਟਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਕਿਹਦੇ ਕੰਟੈਕਟ 'ਚ ਆਇਆ ਕਿ ਨਹੀਂ ਆਇਆ। ਬਸਤੀ ਸ਼ੇਖ ਹੈ ਇੱਕ ਤਾਂ, ਇੱਕ ਰਾਜਾ ਗਾਰਡਨ, ਇੱਕ ਪੁਰਾਣੀ ਪੰਜਾਬ ਸਰਕਾਰ ਕੋਰੋਨਾ ਵਾਇਰਸ ਮਹਾਮਾਰੀ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਪੰਜਾਬ ਕੋਵਿਡ-19 ਖਿਲਾਫ ਲੜਾਈ ਵਿੱਚ ਮਿਸਾਲ ਕਾਇਮ ਕਰ ਰਿਹਾ ਹੈ। ਇਹ ਜਾਣਕਾਰੀ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਚੰਡੀਗੜ੍ਹ ਤੋਂ ਪ੍ਰੈਸ ਨੂੰ ਦਿੱਤੇ ਇੱਕ ਬਿਆਨ ਵਿੱਚ ਦਿੱਤੀ ਹੈ। ਉਹਨਾਂ ਕਿਹਾ ਕਿ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਦੇ ਆਧਾਰ ਤੇ 4 ਜ਼ਿਲ੍ਹਿਆਂ ਨੂੰ ਹੌਟਸਪੌਟ ਐਲਾਨਿਆ ਗਿਆ ਹੈ। ਇਹ 4 ਜ਼ਿਲ੍ਹੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼ਹੀਦ ਭਗਤ ਸਿੰਘ ਨਗਰ, ਜਲੰਧਰ ਅਤੇ ਪਠਾਨਕੋਟ ਨੇ। ਉਹਨਾਂ ਦੱਸਿਆ ਕਿ ਇਹਨਾਂ 4 ਜ਼ਿਲ੍ਹਿਆਂ ਵਿੱਚ ਕੋਵਿਡ-19 ਦੇ 15 ਤੋਂ ਵੱਧ ਮਾਮਲੇ ਪਾਏ ਗਏ ਨੇ। ਉਹਨਾਂ ਦੱਸਿਆ ਕਿ ਹੁਣ ਪੰਜਾਬ ਦੂਜੇ ਪੜਾਅ ਵਿੱਚ ਹੈ ਅਤੇ ਕਿਸੇ ਵੀ ਅਣਕਿਆਸੇ ਹਾਲਾਤ ਦਾ ਸਾਹਮਣਾ ਕਰਨ ਲਈ ਸਿਹਤ ਵਿਭਾਗ ਨੇ ਅਗਲੀਆਂ ਸਫ਼ਾਂ ਤੇ ਕੰਮ ਕਰਨ ਵਾਲੀਆਂ ਟੀਮਾਂ ਲਗਾਤਾਰ ਪੋਜ਼ਿਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਸ਼ਨਾਖਤ ਕਰਨ ਲਈ ਜੰਗੀ ਪੱਧਰ ਤੇ ਕੰਮ ਕਰ ਰਹੀਆਂ ਨੇ, ਤਾਂ ਜੋ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਸਾਡੇ ਕੋਲ ਸ਼ਹੀਦ ਭਗਤ ਸਿੰਘ ਨਗਰ ਦੀ ਬਿਹਤਰੀਨ ਮਿਸਾਲ ਹੈ, ਜਿੱਥੇ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਲਈ ਲੜੀ ਤੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ 26 ਮਾਰਚ ਤੋਂ ਮਰੀਜ਼ਾਂ ਦੀ ਗਿਣਤੀ 19 ਤੇ ਹੀ ਰੋਕ ਦਿੱਤੀ ਹੈ। ਉਹਨਾਂ ਕਿਹਾ ਕਿ ਇਹਨਾਂ 19 ਮਰੀਜ਼ਾਂ ਵਿੱਚੋਂ 17 ਸਿਹਤਯਾਬ ਹੋ ਚੁੱਕੇ ਨੇ ਤੇ ਬਾਕੀ 2 ਮਰੀਜ਼ਾਂ ਵਿੱਚੋਂ ਇੱਕ ਬਲਦੇਵ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਮਰੀਜ਼ ਛੇਤੀ ਹੀ ਤੰਦਰੁਸਤ ਹੋਣ ਦੀ ਉਮੀਦ ਹੈ। ਉਹਨਾਂ ਦੱਸਿਆ ਕਿ ਜਿੱਥੇ ਵੀ ਇਕੱਠੇ ਮਾਮਲੇ ਸਾਹਮਣੇ ਆਉਂਦੇ ਨੇ, ਉਸ ਥਾਂ ਦੇ ਨੇੜਲੇ 3 ਕਿਲੋਮੀਟਰ ਦੇ ਦਾਇਰੇ ਵਿਚਲੇ ਖੇਤਰ ਨੂੰ ਕੰਟੇਨਮੈਂਟ ਖੇਤਰ ਬਣਾ ਕੇ ਸੀਲ ਕਰ ਦਿੱਤਾ ਜਾਂਦਾ ਹੈ ਅਤੇ ਕਿਸੇ ਨੂੰ ਵੀ ਆਉਣ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਇਸੇ ਤਰ੍ਹਾਂ ਦੀ ਰਣਨੀਤੀ ਸ਼ਨਾਖਤ ਕੀਤੇ 9 ਜ਼ਿਲ੍ਹਿਆਂ ਦੇ 24 ਹੌਟਸਪੌਟ ਇਲਾਕਿਆਂ ਵਿੱਚ ਲਾਗੂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ SAS ਨਗਰ ਅਤੇ ਜਲੰਧਰ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਕਿਉਂਕਿ ਇੱਥੇ ਹੁਣ ਤੱਕ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਨੇ। ਉਹਨਾਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਕੋਲ ਨਿੱਜੀ ਸੁਰੱਖਿਆ ਉਪਕਰਨ, PPE ਕਿੱਟਾਂ, N95 ਮਾਸਕ ਅਤੇ 3 ਪਰਤਾਂ ਵਾਲੇ ਮਾਸਕ ਦਾ ਭੰਡਾਰ ਮੌਜੂਦ ਹੈ, ਜਿਸ ਨੂੰ ਸਾਰੇ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੱਲ੍ਹ ਲੁਧਿਆਣਾ ਦੇ ਜਵੱਦੀ ਖੇਤਰ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਤਹਿਤ ਹਰੇਕ ਲਾਭਪਾਤਰੀ ਨੂੰ ਸਮਾਰਟ ਕਾਰਡ ਯੋਜਨਾ ਅਧੀਨ ਕਣਕ ਅਤੇ ਦਾਲਾਂ ਮੁਫਤ ਦਿੱਤੀਆਂ ਜਾਣੀਆਂ ਨੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਸ਼ੂ ਨੇ ਕਿਹਾ ਕਿ ਇਸ ਯੋਜਨਾ ਅਧੀਨ ਹਰੇਕ ਵਿਅਕਤੀ ਨੂੰ 5 ਕਿਲੋ ਕਣਕ ਅਤੇ ਹਰੇਕ ਪਰਿਵਾਰ ਨੂੰ 1 ਕਿਲੋ ਦਾਲ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਗਲੇ 3 ਮਹੀਨਿਆਂ ਲਈ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗਰੀਬ ਤਬਕੇ ਦੇ ਲੋਕਾਂ ਨੂੰ 10 ਲੱਖ ਭੋਜਨ ਪੈਕਟਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਚਾਲੂ ਕਰਫਿਊ ਲਾਕਡਾਊਨ ਕਾਰਨ ਕੋਈ ਵੀ ਵਿਅਕਤੀ, ਖਾਸ ਕਰਕੇ ਗਰੀਬ ਵਿਅਕਤੀ, ਭੋਜਨ ਤੋਂ ਬਿਨਾਂ ਨਾ ਸੌਵੇਂ। ਉਨ੍ਹਾਂ ਕਿਹਾ ਕਿ ਇਸ ਯੋਜਨਾ ਅਧੀਨ ਸੂਬੇ ਵਿੱਚ 1 ਕਰੋੜ 41 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਲਿਆਂਦਾ ਜਾਵੇਗਾ। ਮੰਤਰੀ ਨੇ ਮੌਜੂਦਾ ਸਥਿਤੀ ਵਿੱਚ ਵੱਖ-ਵੱਖ ਸੰਸਥਾਵਾਂ, ਜਥੇਬੰਦੀਆਂ ਅਤੇ ਅਦਾਰਿਆਂ ਵੱਲੋਂ ਲੋੜਵੰਦ ਲੋਕਾਂ ਤੱਕ ਭੋਜਨ ਅਤੇ ਰਾਸ਼ਨ ਮੁਹੱਈਆ ਕਰਾਉਣ ਦੀ ਸ਼ਲਾਘਾ ਕੀਤੀ। ਇਹ ਲਾਕਡਾਊਨ ਚਾਲੂ ਹੋਇਆ, ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਹਰੇਕ ਲੋੜਵੰਦ ਤੱਕ ਰਾਸ਼ਨ ਪਹੁੰਚੇ। ਉਹਦੇ ਵਾਸਤੇ ਪਿਛਲੇ ਸਾਈਕਲ ਦੇ ਵਿੱਚ ਹਰੇਕ ਬੰਦੇ ਨੂੰ 6 ਕਿਲੋ 6 ਮਹੀਨੇ ਦੀ 5 ਕਿਲੋ ਦੇ ਹਿਸਾਬ ਨਾਲ 30 ਕਿਲੋ ਪਰ ਬੰਦਾ ਦਿੱਤੀ ਗਈ ਕਣਕ। ਤੇ ਹੁਣ NFSA ਦੇ ਵਿੱਚ ਇੱਕ ਨਵੀਂ ਜਿਹੜੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਵਿੱਚ ਜਿਹੜੀ 15 ਕਿਲੋ ਪਰ ਬੰਦਾ 3 ਮਹੀਨੇ ਦੀ ਫ੍ਰੀ ਕਣਕ ਤੇ ਨਾਲ 1 ਕਿਲੋ ਪਰ ਮਹੀਨਾ ਪਰ ਫੈਮਿਲੀ। ਦੇਸ਼ ਵਿਆਪੀ ਲਾਕਡਾਊਨ ਕਾਰਨ ਸਭ ਤੋਂ ਜ਼ਿਆਦਾ ਅਸਰ ਦੇਸ਼ ਦੀ ਗਰੀਬ ਜਨਤਾ ਤੇ ਹੋਇਆ ਹੈ। ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਸਰਕਾਰ ਵੀ ਇਹਨਾਂ ਦੇ ਨਾਲ ਖੜੀ ਹੋਈ ਅਤੇ ਕਈ ਤਰ੍ਹਾਂ ਦੀਆਂ ਸਕੀਮਾਂ ਅਤੇ ਰਾਹਤਾਂ ਦਾ ਐਲਾਨ ਕੀਤਾ ਗਿਆ। ਕੇਂਦਰ ਵੱਲੋਂ ਐਲਾਨੀ ਗਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਇਹਨਾਂ ਲੋਕਾਂ ਵਾਸਤੇ ਵਰਦਾਨ ਸਾਬਤ ਹੋ ਰਹੀ ਹੈ। ਲਾਕਡਾਊਨ ਕਰਕੇ ਦਿਹਾੜੀਦਾਰ ਮਜ਼ਦੂਰ ਬੇਰੁਜ਼ਗਾਰ ਹੋ ਗਏ ਅਤੇ ਉਹਨਾਂ ਨੂੰ ਰੋਟੀ ਦੇ ਲਾਲੇ ਪੈ ਗਏ, ਪਰ ਸਰਕਾਰ ਵੱਲੋਂ ਜਿੱਥੇ ਇਹਨਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਗਿਆ, ਉੱਥੇ ਉਹਨਾਂ ਦੀ ਲੋੜ ਦੀਆਂ ਜ਼ਰੂਰੀ ਵਸਤਾਂ ਦੀ ਵੱਖ-ਵੱਖ ਸਕੀਮਾਂ ਤਹਿਤ ਉਪਲਬਧ ਕਰਵਾਈਆਂ ਗਈਆਂ। ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਦੇ ਖਾਤੇ ਵਿੱਚ 2-2 ਹਜ਼ਾਰ ਰੁਪਏ ਆਏ, ਜਿਸ ਨਾਲ ਉਹਨਾਂ ਨੂੰ ਕਾਫੀ ਰਾਹਤ ਮਹਿਸੂਸ ਹੋਈ। ਜ਼ਿਲ੍ਹੇ ਦੇ ਤ੍ਰਿਪੜੀ ਪਿੰਡ ਵਿੱਚ ਛੋਟੇ ਕਿਸਾਨਾਂ ਲਈ ਇਹ ਵੱਡੀ ਮਦਦ ਸੀ। ਪ੍ਰਸਾਰ ਭਾਰਤੀ ਨਾਲ ਗੱਲਬਾਤ ਦੌਰਾਨ ਇਹਨਾਂ ਕਿਸਾਨਾਂ ਨੇ ਇਸ ਲਾਭ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਤ੍ਰਿਪੜੀ ਹਾਂਜੀ ਹਾਂ ਆਇਆ ਦੋ ਪਹਿਲਾਂ ਆਇਆ ਜੀ ਹਾਂਜੀ 2000 ਰੁਪਇਆ ਕਿਸਾਨ ਨਿਧੀ ਤੇ ਆਇਆ, ਸਨਮਾਨ ਨਿਧੀ ਫਾਇਦਾ ਹੋਇਆ। ਹਾਂਜੀ ਫਾਇਦਾ ਹੋਇਆ ਜੀ ਛੋਟੀ ਜ਼ਮੀਨ ਤੇ। ਹਾਂਜੀ ਇਹ ਛੋਟੇ ਕਿਸਾਨਾਂ ਨੂੰ ਇਹਦਾ ਬਹੁਤ ਫਾਇਦਾ ਹੋਇਆ ਜੀ। ਜਿਹੜੀ ਕਿਸਾਨ ਨਿਧੀ ਯੋਜਨਾ ਹੈ, ਕਿਸਾਨ ਸਨਮਾਨ ਨਿਧੀ ਯੋਜਨਾ ਜਿਹੜੀ ਮੋਦੀ ਸਾਹਿਬ ਦੀ, ਜਿਹਦਾ ਧੰਨਵਾਦ ਕਰਦੇ ਹਾਂ। ਉਹ 2-2 ਹਜ਼ਾਰ ਰੁਪਇਆ ਜਿਹੜਾ ਪਾਉਂਦੇ ਆ ਖਾਤਿਆਂ 'ਚ ਪਾਇਆ ਉਹਨਾਂ ਨੇ ਕਰੋਨਾ ਦੀ ਬਿਮਾਰੀ ਦੇ ਵਿੱਚ ਇਸ ਟਾਈਮ, ਕਿ ਅਸੀਂ ਵੀ ਇਹਦੇ ਵਿੱਚ ਉਹਨਾਂ ਦਾ ਸਾਥ ਦਿੰਦੇ ਹਾਂ ਕਰੋਨਾ ਦੀ ਬਿਮਾਰੀ 'ਚ। ਮੋਦੀ ਸਾਹਿਬ ਦਾ ਸ਼ੁਕਰੀਆ ਜੀ। ਕਲਿਆਣ ਯੋਜਨਾ ਬਾਰੇ ਸਾਨੂੰ 2000 ਰੁਪਏ ਆ ਗਿਆ ਜੀ। ਬਹੁਤ ਵਧੀਆ ਸਕੀਮ ਹੈ ਜੀ। ਮੋਦੀ ਸਾਹਿਬ ਦਾ ਧੰਨਵਾਦ ਕਰਦੇ ਹਾਂ। ਗਰੀਬਾਂ ਲਈ ਕਰੋਨਾ ਬਾਰੇ ਇਸ ਵਾਰ ਬਹੁਤ ਵਧੀਆ ਸਕੀਮ ਚਲਾਈ ਮੋਦੀ ਜੀ ਨੇ। ਵਧੀਆ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਸੰਕਟ ਦੀ ਸਥਿਤੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਗਰੀਬ ਲੋਕਾਂ ਲਈ ਐਲਾਨੀ ਗਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦਾ ਲੋਕਾਂ ਨੂੰ ਲਾਭ ਮਿਲ ਰਿਹਾ ਹੈ, ਜਿਸ ਨਾਲ ਉਹਨਾਂ ਦਾ ਜੀਵਨ ਸੌਖਾ ਹੋਇਆ ਹੈ। ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਤਹਿਤ ਗਰੀਬ ਸ਼੍ਰੇਣੀਆਂ ਵਿੱਚ ਆਉਣ ਵਾਲੇ ਲੋਕਾਂ ਨੂੰ ਘਰ ਬੈਠੇ ਹੀ ਸਾਰੇ ਲਾਭ ਮਿਲ ਰਹੇ ਨੇ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪੁਰਹੀਰਾਂ ਦੀ ਰਹਿਣ ਵਾਲੀ ਗ੍ਰਹਿਣੀ ਬੀਨਾ ਦੱਸਦੀ ਹੈ ਕਿ ਕੇਂਦਰ ਸਰਕਾਰ ਪਾਸੋਂ ਉਸ ਨੂੰ ਉਜਵਲਾ ਯੋਜਨਾ ਤਹਿਤ ਗੈਸ ਸਿਲੰਡਰ ਮੁਫਤ ਪ੍ਰਾਪਤ ਹੋਇਆ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਪਤੀ ਦਿਹਾੜੀਦਾਰ ਹੈ ਅਤੇ ਲਾਕਡਾਊਨ ਕਰਕੇ ਉਹਨਾਂ ਨੂੰ ਪੈਸੇ ਦੀ ਬਹੁਤ ਕਿੱਲਤ ਸੀ। ਰਸੋਈ ਗੈਸ ਸਿਲੰਡਰ ਮਿਲਣ ਨਾਲ ਉਹ ਬਹੁਤ ਰਾਹਤ ਮਹਿਸੂਸ ਕਰ ਰਹੀ ਹੈ। ਮੋਦੀ ਸਰਕਾਰ ਦੀ ਬਹੁਤ-ਬਹੁਤ ਧੰਨਵਾਦ ਹੈ ਜੇ ਮੈਨੂੰ ਕਰਫਿਊ ਦੌਰਾਨ ਉਹਨਾਂ ਨੇ ਸਿਲੰਡਰ ਫ੍ਰੀ ਦਿੱਤਾ ਹੈ। ਸ਼ੁਕਰੀਆ ਬਹੁਤ-ਬਹੁਤ ਉਹਨਾਂ ਦਾ। ਉਜਵਲਾ ਯੋਜਨਾ ਨਾਲ ਬਹੁਤ-ਬਹੁਤ ਸ਼ੁਕਰੀਆ ਉਹਨਾਂ ਦਾ ਜੋ ਮੈਨੂੰ ਸਿਲੰਡਰ ਦਿੱਤਾ। ਕੀ ਕਹਿਣਾ ਚਾਹੋਗੇ? ਅਸੀਂ ਕਹਿਣਾ ਚਾਹੁੰਦੇ ਹਾਂ ਸਾਨੂੰ ਫ੍ਰੀ ਸਿਲੰਡਰ ਦਿੱਤਾ ਹੈ, ਧੰਨਵਾਦ ਮੋਦੀ ਦਾ। ਮੈਂ ਤਾਂ ਬਹੁਤ ਧੰਨਵਾਦ ਆ ਜੀ। ਠੀਕ ਹੈ ਜੀ। ਹੁਸ਼ਿਆਰਪੁਰ ਫਗਵਾੜਾ ਰੋਡ ਤੇ ਰਹਿਣ ਵਾਲੀ ਬਜ਼ੁਰਗ ਮਹਿਲਾ ਰੂਪਾ ਦੇਵੀ ਨੇ ਵੀ ਰਾਸ਼ਨ ਅਤੇ ਜਨਧਨ ਯੋਜਨਾ ਤਹਿਤ ਕੇਂਦਰ ਸਰਕਾਰ ਦੀ ਸਕੀਮ ਤਹਿਤ ਮਾਲੀ ਸਹਾਇਤਾ ਮਿਲਣ ਤੇ ਖੁਸ਼ੀ ਜ਼ਾਹਰ ਕੀਤੀ। ਮੋਦੀ ਸਰਕਾਰ ਦੀ ਧੰਨਵਾਦ ਹੈ। ਕਰਫਿਊ ਦੌਰਾਨ ਗਰੀਬਾਂ ਨੂੰ ਸਹਾਇਤਾ ਲਈ सिलेंडर दिलाए। लॉकडाउन के दौरान हम कहीं बाहर कार्य नहीं कर पा रहे हैं और हम अपने माता पिता की सहायता नहीं कर पा रहे हैं। लॉकडाउन होने के कारण मेरे माता जी के जनधन खाते में 500 रुपये आए हुए हैं, जो कि इन पैसों से हमें बहुत सुविधाएं मिली हैं। इस कारण मैं ਇਸੇ ਤਰ੍ਹਾਂ ਵੱਖ-ਵੱਖ ਯੋਜਨਾਵਾਂ ਤਹਿਤ ਲਾਭ ਪ੍ਰਾਪਤ ਕਰਕੇ ਸਮਾਜ ਦੇ ਵਾਂਝੇ ਵਰਗ ਦੇ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਨੇ।
ਕੋਰੋਨਾ ਵਾਇਰਸ ਕਾਰਨ ਜਿੱਥੇ ਸਮੁੱਚੇ ਵਿਸ਼ਵ ਵਿੱਚ ਲੱਖਾਂ ਜਾਨਾਂ ਜਾ ਚੁੱਕੀਆਂ ਨੇ, ਉੱਥੇ ਪੰਜਾਬ ਵਿੱਚ ਇਸ ਬਿਮਾਰੀ ਤੋਂ ਬਚਾਅ ਲਈ ਲਗਾਏ ਗਏ ਕਰਫਿਊ ਕਾਰਨ ਕੁਝ ਹਾਂ ਪੱਖੀ ਅਤੇ ਸੁਖਾਵੇਂ ਰੁਝਾਨ ਵੀ ਦੇਖਣ ਨੂੰ ਮਿਲ ਰਹੇ ਨੇ। ਲਾਕਡਾਊਨ ਕਾਰਨ ਨਸ਼ਾ ਤਸਕਰਾਂ ਤੇ ਨਕੇਲ ਕੱਸੇ ਜਾਣ ਕਾਰਨ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਨਾ ਮਿਲਣ ਕਾਰਨ ਹੁਣ ਇਹ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਰਜਿਸਟਰ ਹੋ ਕੇ ਨਸ਼ਾ ਛੱਡਣ ਲਈ ਮਜਬੂਰ ਹੋ ਰਹੇ ਨੇ। ਸਰਕਾਰੀ ਹਸਪਤਾਲ ਦੇ ਨਸ਼ਾ ਛੁਡਾਊ ਅਤੇ ਮਨੋਰੋਗ ਮਾਹਰ ਡਾਕਟਰ ਚਰਨਪ੍ਰੀਤ ਸਿੰਘ ਦੇ ਮੁਤਾਬਕ 500 ਦੇ ਕਰੀਬ ਨੌਜਵਾਨ ਰੋਜ਼ਾਨਾ OST ਅਤੇ ਓਟ ਕੇਂਦਰ ਤੋਂ ਦਵਾਈ ਹਾਸਲ ਕਰਦੇ ਨੇ। ਉਹਨਾਂ ਕਿਹਾ ਕਿ ਸਮਾਜ ਲਈ ਇਹ ਇੱਕ ਚੰਗਾ ਸੰਕੇਤ ਹੈ। ਡਾਕਟਰ ਚਰਨਪ੍ਰੀਤ ਸਿੰਘ ਦੱਸਦੇ ਨੇ ਕਿ ਕੇਂਦਰ ਸਰਕਾਰ ਦੀ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜੇਸ਼ਨ ਦੇ ਪ੍ਰੋਜੈਕਟ ਓਰਲ ਸਬਸਟੀਟਿਊਸ਼ਨ ਥੈਰੇਪੀ ਤਹਿਤ ਮੋਗਾ ਦੇ OST 'ਚ ਰੋਜ਼ਾਨਾ 100 ਦੇ ਕਰੀਬ ਨਵੇਂ ਨੌਜਵਾਨ ਰਜਿਸਟਰ ਹੋ ਰਹੇ ਨੇ, ਜਦਕਿ ਕਰਫਿਊ ਤੋਂ ਪਹਿਲਾਂ 1100 ਦੇ ਕਰੀਬ ਰਜਿਸਟਰ ਨੌਜਵਾਨਾਂ ਵਿੱਚੋਂ ਮਹਿਜ 550 ਦੇ ਕਰੀਬ ਨੌਜਵਾਨ ਹੀ ਰੋਜ਼ਾਨਾ ਦਵਾਈ ਹਾਸਲ ਕਰ ਰਹੇ ਸਨ। ਓਪਰ ਸਬਸਟੀਟਿਊਸ਼ਨ ਥੈਰੇਪੀ ਇਹ ਬੇਸਿਕਲੀ ਨਾਕੋ ਦਾ ਪ੍ਰੋਗਰਾਮ ਹੈ, ਜਿਸ ਦੇ ਅੰਡਰ ਅਸੀਂ ਸਿਵਲ ਹਸਪੀਟਲ ਦੇ ਵਿੱਚ ਇਹਨਾਂ ਨੂੰ ਰੋਜ਼ ਡੇਲੀ ਡਿਸਟ੍ਰੀਬਿਊਸ਼ਨ ਸੁਪਰਵਾਈਜ਼ਡ ਟ੍ਰੀਟਮੈਂਟ ਦਿੰਦੇ ਸੀ। ਪਰ ਜਿਸ ਤਰ੍ਹਾਂ ਕਿ ਹੁਣ ਕੋਵਿਡ ਐਮਰਜੈਂਸੀ ਲੱਗੀ ਹੋਈ ਹੈ, ਸਰਕਾਰ ਵੱਲੋਂ ਸਾਨੂੰ ਹੁਕਮ ਹੈ ਕਿ ਇਹਨਾਂ ਪੇਸ਼ੈਂਟਸ ਨੂੰ 14 ਦਿਨ ਦੀ ਦਵਾਈ ਦੇਣੀ ਹੈਗੀ ਹੈ ਇਕੱਠੀ। ਸੋ ਅੱਜ ਆਰਿਆ ਸਮਾਜ ਸਕੂਲ ਮੋਗਾ ਦੇ ਵਿੱਚ ਵੈਨਿਊ ਸਾਨੂੰ SDM ਸਾਹਿਬ ਨੇ ਅਰੇਂਜ ਕਰਕੇ ਦਿੱਤਾ, ਜਿੱਥੇ ਕਿ ਜਿਹੜਾ ਕਿ ਲਾਰਜ ਗੈਦਰਿੰਗ, ਕਿਉਂਕਿ ਰੋਜ਼ ਦਾ ਸਾਡੇ ਕੋਲੇ 500 ਬੰਦਾ ਆਉਂਦਾ ਸੀ ਤੇ ਔਸਤਨ ਅੱਜ ਵੀ 450-500 ਬੰਦਾ ਸਾਡੇ ਕੋਲੇ ਲਾਈਨਾਂ 'ਚ ਖੜਾ। ਦੋ ਤਰ੍ਹਾਂ ਦੇ ਪ੍ਰੋਗਰਾਮ ਹੈ ਸਰਕਾਰ ਦੇ, ਓਟ ਤੇ OST। ਸੋ ਇਹ OST ਨਾਕੋ ਦਾ ਪ੍ਰੋਗਰਾਮ ਹੈ, ਇਸ ਦੇ ਵਿੱਚ ਸਾਨੂੰ 14 ਦਿਨ ਦੇ ਹੁਕਮ ਨੇ, ਤੇ ਜਿਹੜਾ ਓਟ ਪ੍ਰੋਗਰਾਮ ਹੈਗਾ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਆ, ਉਹਦੇ ਸਾਨੂੰ 21 ਦਿਨ ਦੇ ਵੀ ਹੁਕਮ ਹੈਗੇ ਆ। ਲਾਕਡਾਊਨ ਤੋਂ ਪਹਿਲਾਂ ਤਕਰੀਬਨ ਸਾਡੇ ਕੋਲ 1100 ਫਾਈਲ ਬਣੀ ਹੋਈ ਸੀਗੀ, ਪਰ ਉਹਦੇ ਵਿੱਚੋਂ ਐਕਟਿਵ 500-550 ਨੌਜਵਾਨ ਹੀ ਜਿਹੜਾ ਦਵਾਈ ਲੈਣ ਵਾਸਤੇ ਆਉਂਦਾ ਸੀ। ਪਰ ਲਾਕਡਾਊਨ ਤੋਂ ਬਾਅਦ ਜਦੋਂ ਨਸ਼ੇ ਦੀ ਤੋਟ ਆਈ ਤਾਂ ਉਹ ਸਾਰੇ ਨੌਜਵਾਨ ਜਿਨ੍ਹਾਂ ਦੀਆਂ ਫਾਈਲਾਂ ਬਣੀਆਂ ਹੋਈਆਂ ਸੀ ਉਹ ਵੀ ਆਉਣੇ ਸ਼ੁਰੂ ਹੋ ਗਏ ਇੱਥੇ, ਔਰ ਉਸ ਤੋਂ ਬਾਅਦ ਜਿਹੜਾ ਹੈ ਹੋਰ ਵੀ ਉਸ ਤੋਂ ਇਲਾਵਾ ਕਾਫੀ ਲੋਕਾਂ ਨੇ ਜਿਹੜੇ ਨਵੇਂ ਆਪਦੀਆਂ ਜਿਹੜੀਆਂ ਫਾਈਲਾਂ ਬਣਵਾਈਆਂ। ਤੇ ਲਾਕਡਾਊਨ ਦੇ ਕਾਰਨ ਜਿਹੜਾ ਨਸ਼ੇ ਦਾ ਲੱਕ ਟੁੱਟਿਆ, ਪਿੰਡਾਂ ਦੇ ਵਿੱਚ ਨਸ਼ੇ ਦੀ ਸਪਲਾਈ ਹੈ ਜਿਹੜੀ ਉਹ ਚੇਨ ਟੁੱਟੀ ਹੈ, ਔਰ ਉਹਦੀ ਵਜ੍ਹਾ ਕਾਰਨ ਜਿਹੜੇ ਕਾਫੀ ਨੌਜਵਾਨ ਆ ਜਿਹੜੇ ਉਹ OST ਸੈਂਟਰਾਂ ਦੇ ਵਿੱਚ ਹੁਣ ਆਉਣ ਲੱਗੇ ਆ। ਪੰਜਾਬ ਦੇ ਕਰਫਿਊ ਵਿੱਚ ਫਸੇ ਵਿਦਿਆਰਥੀਆਂ ਨੂੰ ਉਹਨਾਂ ਦੀ ਪੜ੍ਹਾਈ ਜਾਰੀ ਰੱਖਣ ਲਈ ਮਦਦ ਕਰਨ ਹਿੱਤ ਆਕਾਸ਼ਵਾਣੀ FM 100.2 ਪਟਿਆਲਾ ਨੇ ਨਵਾਂ ਉਪਰਾਲਾ ਕਰਦਿਆਂ ਵਿਦਿਆਰਥੀਆਂ ਲਈ ਰੇਡੀਓ ਕਲਾਸਰੂਮ ਨਾਂ ਦੇ ਪ੍ਰੋਗਰਾਮ ਦਾ ਅਪ੍ਰੈਲ 11 ਤੋਂ ਪ੍ਰਸਾਰਣ ਸ਼ੁਰੂ ਕੀਤਾ ਹੈ। ਆਕਾਸ਼ਵਾਣੀ ਪਟਿਆਲਾ ਦੇ ਸਟੇਸ਼ਨ ਡਾਇਰੈਕਟਰ ਅਮਰਜੀਤ ਸਿੰਘ ਵੜੈਚ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਕਰਫਿਊ ਦੀ ਮਿਆਦ ਵਧਣ ਕਰਕੇ ਇਹ ਮਹਿਸੂਸ ਕੀਤਾ ਗਿਆ ਕਿ ਗਰੀਬ ਅਤੇ ਪੇਂਡੂ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਵੇਗਾ। ਇਨ੍ਹਾਂ ਵਿਦਿਆਰਥੀਆਂ ਕੋਲ ਇੰਟਰਨੈਟ ਅਤੇ ਸਮਾਰਟਫੋਨ ਵੀ ਨਹੀਂ ਹੁੰਦੇ। ਸ਼ਹਿਰੀ ਅਤੇ ਸਰਦੇ ਪੁੱਜਦੇ ਘਰਾਂ ਦੇ ਵਿਦਿਆਰਥੀ ਆਨਲਾਈਨ ਜਾਂ YouTube ਵਗੈਰਾ ਤੋਂ ਪੜ੍ਹ ਸਕਦੇ ਨੇ। ਗਰੀਬ ਅਤੇ ਪੇਂਡੂ ਵਿਦਿਆਰਥੀਆਂ ਲਈ ਇਹ ਪ੍ਰੋਗਰਾਮ ਹਰ ਰੋਜ਼ ਸਵੇਰੇ 11:30 ਵਜੇ ਤੋਂ 12 ਵਜੇ ਤੱਕ ਅਤੇ ਬਾਅਦ ਦੁਪਹਿਰ 2 ਵਜੇ ਤੋਂ 2:30 ਵਜੇ ਤੱਕ ਪ੍ਰਸਾਰਿਤ ਕੀਤਾ ਜਾਂਦਾ ਹੈ। ਦੋਨੋਂ ਪ੍ਰੋਗਰਾਮ ਅੱਧੇ ਘੰਟੇ ਦੇ ਹੁੰਦੇ ਨੇ। ਇਸ ਪੜ੍ਹਾਈ ਲਈ ਅਧਿਆਪਨ ਸਮੱਗਰੀ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਉਪਲਬਧ ਕਰਵਾਈ ਜਾਂਦੀ ਹੈ। ਇਹ ਪ੍ਰਸਾਰਣ 10-2 ਕਲਾਸਾਂ ਤੱਕ ਦੇ ਵਿਦਿਆਰਥੀਆਂ ਲਈ ਨੇ। ਵਿਦਿਆਰਥੀ ਇਹ ਪ੍ਰੋਗਰਾਮ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ AIR ਤੇ ਵੀ ਸੁਣ ਸਕਣਗੇ। ਪੰਜਾਬੀ ਫਿਲਮ ਅਦਾਕਾਰ ਪ੍ਰਕਾਸ਼ ਗਾਦੂ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਖਿਲਾਫ ਚੱਲ ਰਹੀ ਜੰਗ ਨੂੰ ਸਿਰਫ ਘਰ ਰਹਿ ਕੇ ਹੀ ਜਿੱਤਿਆ ਜਾ ਸਕਦਾ ਹੈ। ਇਸ ਬਿਮਾਰੀ ਵਿੱਚ ਹੋਰ ਕੋਈ ਪਰਹੇਜ਼ ਰੱਖਣ ਦੀ ਲੋੜ ਨਹੀਂ, ਪਰ ਘਰੋਂ ਬਾਹਰ ਨਾ ਨਿਕਲਣ ਦਾ ਪਰਹੇਜ਼ ਸਭ ਤੋਂ ਜ਼ਰੂਰੀ ਹੈ। ਗਾਦੂ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਘਰ ਵਿੱਚ ਆਪਣੇ ਬਜ਼ੁਰਗਾਂ ਨਾਲ ਸਮਾਂ ਬਤੀਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਦੋਂ ਤੁਸੀਂ ਬਜ਼ੁਰਗਾਂ ਦੀਆਂ ਗੱਲਾਂ ਸੁਣੋਗੇ ਤਾਂ ਉਹਨਾਂ ਵਿੱਚੋਂ ਤੁਹਾਨੂੰ ਕੁਦਰਤ ਨਜ਼ਰ ਆਵੇਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਪ੍ਰਕਾਸ਼ ਗਾਦੂ। ਜਿਵੇਂ ਕਿ ਅੱਜ ਪੂਰੀ ਦੁਨੀਆ ਤੇ ਇੱਕੋ ਡਰ ਛਾਇਆ ਉਸ ਵਾਇਰਸ ਦਾ, ਜਿਸ ਦਾ ਨਾਮ ਹੈ ਕੋਰੋਨਾ ਵਾਇਰਸ। ਕਈ ਵਾਰ ਸਾਨੂੰ ਡਾਕਟਰ ਇਹ ਗੱਲ ਕਹਿ ਦਿੰਦਾ ਕਿ ਇਹਦਾ ਪਰਹੇਜ਼ ਕਰੋ, ਆ ਖਾਓ, ਆ ਨਾ ਖਾਓ, ਪਰ ਦੋਸਤੋ ਇਹਦੇ 'ਚ ਕੋਈ ਪਰਹੇਜ਼ ਨਹੀਂ, ਸਿਰਫ ਪਰਹੇਜ਼ ਹੈ ਤਾਂ ਘਰੇ ਰਹਿਣ ਦਾ। ਪਲੀਜ਼ ਬਾਹਰ ਨਾ ਜਾਓ, ਤੁਹਾਡੇ ਜਾਣ ਕਰਕੇ ਪੂਰੇ ਦਾ ਪੂਰਾ ਪਰਿਵਾਰ ਤੁਹਾਡਾ ਮੁਸ਼ਕਲ 'ਚ ਆ ਸਕਦਾ। ਸੋ ਦੋਸਤੋ, ਇਹ ਜੰਗ ਆਪਾਂ ਜਿੱਤਣੀ ਜ਼ਰੂਰ ਹੈ। ਮੈਂ ਵਾਅਦਾ ਕਰਦਾ ਇਹ ਜੰਗ ਜਿੱਤਾਂਗੇ। ਤੁਸੀਂ ਪਰਿਵਾਰ 'ਚ ਬੈਠੇ ਹੋ, ਪਰਿਵਾਰ 'ਚ ਬਜ਼ੁਰਗਾਂ ਨਾਲ ਗੱਲ ਕਰਕੇ ਦੇਖੋ, ਤੁਹਾਨੂੰ ਉਹਨਾਂ ਦੇ ਬੋਲਾਂ 'ਚ ਕੁਦਰਤ ਨਜ਼ਰ ਆਊਗੀ, ਉਹਨਾਂ ਦੇ ਬੋਲਾਂ 'ਚ ਤੁਹਾਨੂੰ ਬਹੁਤ ਕੁਝ ਮਿਲੂਗਾ। ਸੋ ਦੋਸਤੋ, ਮੇਰੀ ਬੇਨਤੀ ਹੈ, ਜੇ ਜੰਗ ਜਿੱਤਣੀ ਹੈ ਤਾਂ ਬਾਹਰ ਨਾ ਜਾਓ। ਥੈਂਕ ਯੂ। ਪਾਕਿਸਤਾਨੀ ਫੌਜ ਵੱਲੋਂ ਅੱਜ ਜੰਮੂ ਅਤੇ ਕਸ਼ਮੀਰ ਦੇ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਦੇ 3 ਸੈਕਟਰਾਂ ਵਿੱਚ LOC ਲਾਗੇ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ। ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਦਵਿੰਦਰ ਆਨੰਦ ਨੇ ਜੰਮੂ ਵਿੱਚ ਦੱਸਿਆ ਕਿ ਪਾਕਿਸਤਾਨ ਵੱਲੋਂ ਇਨ੍ਹਾਂ ਥਾਵਾਂ ਤੇ ਭਾਰਤੀ ਫੌਜ ਦੀਆਂ ਅਗਲੇਰੀਆਂ ਚੌਕੀਆਂ ਤੋਂ ਇਲਾਵਾ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਮੋਰਟਾਰ ਦੇ ਗੋਲੇ ਦਾਗੇ ਗਏ ਤੇ ਫਾਇਰਿੰਗ ਕੀਤੀ ਗਈ। ਭਾਰਤੀ ਫੌਜ ਨੇ ਪਾਕਿਸਤਾਨ ਦੀ ਇਸ ਹਰਕਤ ਦਾ ਮੂੰਹ ਤੋੜ ਜਵਾਬ ਦਿੱਤਾ। ਹੋਰ ਵੇਰਵਿਆਂ ਦੀ ਅਜੇ ਉਡੀਕ ਹੈ।
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿੱਚ ਅੱਜ ਸੁਰੱਖਿਆ ਬਲਾਂ ਨੇ ਇੱਕ ਮੁਕਾਬਲੇ ਵਿੱਚ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਹਨਾਂ ਅੱਤਵਾਦੀਆਂ ਤੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਇੱਕ ਐਸਪੀਓ ਨੂੰ ਮਾਰਨ ਅਤੇ ਦੂਸਰੇ ਨੂੰ ਗੰਭੀਰ ਜ਼ਖਮੀ ਕਰਨ ਦਾ ਦੋਸ਼ ਸੀ। ਜੰਮੂ ਜ਼ੋਨ ਦੇ ਆਈਜੀ ਮੁਕੇਸ਼ ਸਿੰਘ ਨੇ ਦੱਸਿਆ ਕਿ ਇਹਨਾਂ ਦੋਵੇਂ ਅੱਤਵਾਦੀਆਂ ਨੇ ਟੰਡੇਰ ਪਿੰਡ ਵਿੱਚ 2 ਐਸਪੀਓਜ਼ ਤੇ ਹਮਲਾ ਕੀਤਾ ਸੀ ਤੇ ਬਾਅਦ ਵਿੱਚ ਇਹ ਉਹਨਾਂ ਦੀਆਂ ਸਰਵਿਸ ਰਫਲਾਂ ਲੈ ਕੇ ਜੰਗਲ ਵਿੱਚ ਭੱਜ ਗਏ ਸਨ। ਅੱਜ ਪੁਲਿਸ ਅਤੇ ਫੌਜ ਦੀ ਟੁਕੜੀ ਵੱਲੋਂ ਇਹਨਾਂ ਦੇ ਟਿਕਾਣੇ ਦਾ ਪਤਾ ਲੱਗਾ ਅਤੇ ਇਹਨਾਂ ਦੋਵਾਂ ਨੂੰ ਮੁਕਾਬਲੇ ਵਿੱਚ ਮਾਰ ਮੁਕਾਇਆ ਗਿਆ। ਇਹਨਾਂ ਦੋਵੇਂ ਅੱਤਵਾਦੀਆਂ ਦੀ ਪਛਾਣ ਆਸ਼ਿਕ ਹੁਸੈਨ ਅਤੇ ਬਸ਼ਰਤ ਹੁਸੈਨ ਵਜੋਂ ਹੋਈ ਹੈ। ਇਹਨਾਂ ਦੋਵਾਂ ਤੇ ਪਹਿਲੋਂ ਵੀ ਮਾਮਲੇ ਦਰਜ ਨੇ। ਉਹਨਾਂ ਦੱਸਿਆ ਕਿ ਨਵੰਬਰ 2018 ਤੋਂ ਹੁਣ ਤੱਕ ਕਿਸ਼ਤਵਾੜ ਵਿੱਚ ਕਈ ਲੜੀਵਾਰ ਅੱਤਵਾਦੀ ਹਮਲੇ ਹੋਏ, ਜਿਨ੍ਹਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਇੱਕ ਸੀਨੀਅਰ ਆਗੂ ਅਨਿਲ ਪਰਿਹਾਰ ਅਤੇ ਉਹਨਾਂ ਦੇ ਭਰਾ ਅਜੀਤ ਪਰਿਹਾਰ ਤੇ ਕੀਤੇ ਗਏ ਹਮਲੇ ਸ਼ਾਮਲ ਸਨ। ਇਹਨਾਂ ਦੋਵੇਂ ਵਿਅਕਤੀਆਂ ਦੀ ਇਸ ਅੱਤਵਾਦੀ ਹਮਲੇ ਵਿੱਚ ਮੌਤ ਹੋ ਗਈ ਸੀ। ਪਿਛਲੇ ਸਾਲ ਅਪ੍ਰੈਲ ਮਹੀਨੇ ਵੀ ਇੱਕ ਆਰਐਸਐਸ ਦੇ ਕਾਰਕੁਨ ਚੰਦਰਕਾਂਤ ਸ਼ਰਮਾ ਅਤੇ ਉਹਨਾਂ ਦੇ ਸੁਰੱਖਿਆ ਅਧਿਕਾਰੀ ਤੇ ਜ਼ਿਲ੍ਹਾ ਹਸਪਤਾਲ ਵਿੱਚ ਹਮਲਾ ਕੀਤਾ ਗਿਆ, ਜਿਸ ਵਿੱਚ ਉਹਨਾਂ ਦੀ ਮੌਤ ਹੋਈ। ਇਸ ਦੇ ਨਾਲ ਹੀ ਸਾਡਾ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ। ਨਮਸਕਾਰ।